ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਪ੍ਰਸੰਗ ਲੜੀ ਜੋ ਚੱਲ ਰਹੀ ਹੈ ਪੰਥ ਦੇ ਮਹਾਨ ਯੋਧੇ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਵਿੱਚ ਬਾਬਾ ਜੀ ਦੀ ਸ਼ਹੀਦੀ ਲਈ ਕਿਹੜੀਆਂ ਮਹਾਨ ਸਿੱਖ ਸ਼ਖਸੀਅਤਾਂ ਨੇ ਯੋਗਦਾਨ ਪਾਇਆ। ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਸਭ ਤੋਂ ਪਹਿਲਾਂ ਜੋ ਇਸ ਸ਼ਹੀਦੀ ਲਈ ਜਿਸ ਬੰਦੇ ਦਾ ਨਾਮ ਆਉਂਦਾ, ਜਿਸ ਨੇ ਯੋਗਦਾਨ ਪਾਇਆ, ਉਹ ਹੈ ਭਾਈ ਨੰਦ ਲਾਲ ਜੀ। ਦੂਸਰੇ ਨੰਬਰ 'ਤੇ ਮਾਤਾ ਸਾਹਿਬ ਦੇਵਾਂ ਜਾਂ ਮਾਤਾ ਸਾਹਿਬ ਕੌਰ। ਪਿਛਲੀ ਵੀਡੀਓ ਵਿੱਚ ਅਸੀਂ ਇਹਨਾਂ ਦੋਨਾਂ ਦੇ ਬਾਰੇ ਵਿਚਾਰ ਕਰ ਲਏ ਸੀ। ਅੱਗੇ ਗੱਲ ਆਉਂਦੀ ਹੈ ਕਿ ਖਾਲਸਾ ਪੰਥ ਜੋ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਇੱਕ ਤਤ ਖਾਲਸਾ, ਦੂਸਰਾ ਬੰਦਈ ਖਾਲਸਾ। ਅਸਲ ਵਿੱਚ ਜਿਹੜਾ ਆਪਣੇ ਆਪ ਨੂੰ ਤਤ ਖਾਲਸਾ ਕਹਾਉਂਦਾ ਸੀ, ਉਹ ਸਰਕਾਰੇ ਦਰਬਾਰੇ ਰਲਿਆ ਹੋਇਆ ਸੀ, ਔਰ ਜਿਸ ਨੂੰ ਇਹ ਨਖਿੱਧ ਔਰ ਘਟੀਆ ਕਹਿ ਰਿਹਾ ਬੰਦਈ ਖਾਲਸਾ, ਅਸਲ ਵਿੱਚ ਉਹੀ ਤਤ ਖਾਲਸਾ ਸੀ। ਜਿਵੇਂ ਅਸੀਂ ਮਿਥਿਹਾਸਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਇੱਕ ਦੇਵਤੇ ਨੇ, ਇੱਕ ਦੈਂਤ ਨੇ। ਜਿਨ੍ਹਾਂ ਨੂੰ ਦੈਂਤ ਮਾੜੇ ਕਿਹਾ ਗਿਆ ਹੈ, ਅਸਲ ਵਿੱਚ ਉਹੀ ਚੰਗੇ ਨੇ, ਕਿਉਂਕਿ ਨਾ ਤਾਂ ਉਹ ਕਿਸੇ ਧੀ ਭੈਣ ਦੀ ਇੱਜ਼ਤ ਲੁੱਟਦੇ ਨੇ, ਨਾ ਕਿਸੇ ਨੂੰ ਨਜਾਇਜ਼ ਤੰਗ ਕਰਦੇ ਨੇ। ਔਰ ਜਿਹੜੇ ਦੇਵਤੇ ਹੈ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟਦੇ ਨੇ, ਔਰ ਹੇਰਾ ਫੇਰੀ, ਧੋਖਾ ਫਰੇਬ ਵੀ ਕਰਦੇ ਨੇ। ਪਰ ਸਮੇਂ ਦੀ ਵਿਡੰਬਨਾ ਐਸੀ ਹੈ ਕਿ ਇਤਿਹਾਸ ਲਿਖਣ ਵਾਲੇ, ਗ੍ਰੰਥ ਲਿਖਣ ਵਾਲੇ ਉਹ ਦੇਵਤੇ ਲੋਕ ਹੀ ਨੇ, ਅਤੇ ਉਹ ਆਪਣੇ ਆਪ ਨੂੰ ਮਹਾਨ ਦੱਸਦੇ ਨੇ, ਔਰ ਜਿਹੜੇ ਰਾਖਸ਼ ਜਿਨ੍ਹਾਂ ਨੂੰ ਦੈਂਤ ਕਹਿੰਦੇ ਹਨ, ਉਹਨਾਂ ਨੂੰ ਨਖਿੱਧ ਦੱਸਦੇ ਨੇ। ਪਰ ਜਦੋਂ ਕਰੈਕਟਰ ਲਿਖਦੇ ਨੇ ਤਾਂ ਸਾਨੂੰ ਸਿੱਧਾ ਜ਼ਾਹਰ ਹੁੰਦਾ ਹੈ ਕਿ ਜਿਹੜੇ ਦੈਂਤ ਰਾਖਸ਼ ਕਿਹਾ ਜਾ ਰਿਹਾ ਉਹ ਸਹੀ ਨੇ, ਔਰ ਜਿਨ੍ਹਾਂ ਨੂੰ ਦੇਵਤੇ ਕਿਹਾ ਜਾ ਰਿਹਾ ਉਹ ਗਲਤ ਨੇ। ਪੂਰੇ ਮਿਥਿਹਾਸਕ ਗ੍ਰੰਥ ਪੜ੍ਹ ਕੇ ਦੇਖ ਲਓ। ਇਸੇ ਤਰ੍ਹਾਂ ਇੱਥੇ ਜਿਸ ਨੂੰ ਤਤ ਖਾਲਸਾ ਕਿਹਾ ਜਾ ਰਿਹਾ, ਉਸ ਦਾ ਦੇਖ ਰਹੇ ਹਾਂ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ, ਸਿਰਫ ਪੈਸੇ ਦੀ ਭੁੱਖ ਹੈ ਕਿ ਪੈਸੇ ਦੇ ਦਿਓ, ਜੋ ਮਰਜ਼ੀ ਕਰਵਾ ਲਓ। ਔਰ ਬੰਦਈ ਖਾਲਸਾ ਜੋ ਸਿਰਫ ਸੱਚ ਹੱਕ ਲਈ ਲੜ ਰਿਹਾ, ਉਸ ਨੂੰ ਉਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ, ਉਸ 'ਤੇ ਤੋਹਮਤਾਂ ਲਗਾਈਆਂ ਜਾ ਰਹੀਆਂ ਨੇ। ਕਾਰਨ ਸਿਰਫ ਇੱਥੇ ਵੀ ਉਹੀ ਹੈ, ਕਿਉਂਕਿ ਜਿਹੜਾ ਅਸਲੀ ਖਾਲਸਾ ਸੀ ਉਹ ਸ਼ਹੀਦ ਹੋ ਗਿਆ, ਔਰ ਜਿਹੜੇ ਸਰਕਾਰ ਨਾਲ ਰਲੇ ਹੋਏ ਸੀ ਉਹ ਬਚ ਗਏ। ਔਰ ਉਹਨਾਂ ਨੇ ਇਤਿਹਾਸ ਉਹਨਾਂ ਅਸਲੀ ਸਿੱਖਾਂ ਦਾ ਜਦੋਂ ਲਿਖਿਆ, ਕਿਉਂਕਿ ਅਗਰ ਉਹ ਅਸਲੀ ਇਤਿਹਾਸ ਪੂਰਾ ਲਿਖ ਦੇਣਗੇ ਤਾਂ ਇਹਨਾਂ ਨੂੰ ਕੋਈ ਪੁੱਛੇਗਾ ਨਹੀਂ, ਇਹਨਾਂ ਦੀ ਕੋਈ ਇੱਜ਼ਤ ਨਹੀਂ ਹੋਏਗੀ। ਇਸ ਕਰਕੇ ਬੰਦਈ ਖਾਲਸਿਆਂ ਦੇ ਨਾਲ ਇਹਨਾਂ ਨੇ ਬੜੀਆਂ ਊਲ ਜਲੂਲ ਕਹਾਣੀਆਂ ਬਣਾ ਕੇ ਲਿਖ ਦਿੱਤੀਆਂ, ਉਹਨਾਂ ਨੂੰ ਘਟੀਆ ਦੱਸਣ ਲਈ। ਪਰ ਫਿਰ ਵੀ ਕਹਿੰਦੇ ਸੱਚ 100 ਪਰਦੇ ਪਾੜ ਕੇ ਬਾਹਰ ਉਘੜ ਆਉਂਦਾ। ਉਹਨਾਂ ਤੋਂ ਗਲਤੀ ਨਾਲ ਕਿਤੇ ਨਾ ਕਿਤੇ ਸੱਚ ਲਿਖਿਆ ਗਿਆ, ਜਿਸ ਨੂੰ ਸਮਝ ਕੇ ਸਾਨੂੰ ਅਸਲੀਅਤ ਦਾ ਪਤਾ ਲੱਗਦਾ। ਅੱਗੋਂ ਜਦੋਂ ਮਾਤਾ ਜੀ ਨੇ ਚਿੱਠੀ ਲਿਖ ਦਿੱਤੀ ਕਿ ਭਈ ਇਸ ਦਾ ਕੋਈ ਖਾਲਸਾ ਜੋ ਹੈ ਸਾਥ ਨਾ ਦੇਵੇ, ਤਾਂ ਫਿਰ ਕੀ ਸੀ? ਉਹ ਪਹਿਲਾਂ ਹੀ ਬੜੇ ਔਖੇ ਸਨ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਲੁੱਟਾਂ ਖੋਹਾਂ ਕਰਨ ਤੋਂ ਰੋਕਦੇ ਸਨ, ਜ਼ਾਬਤੇ ਵਿੱਚ ਰਹਿਣ ਨੂੰ ਕਹਿੰਦੇ ਸਨ, ਇੱਕ ਅਨੁਸ਼ਾਸਨ ਵਿੱਚ ਰਹਿਣ ਨੂੰ ਕਹਿੰਦੇ ਸਨ। ਪਰ ਇਹ ਦੰਗਈ ਜੋ ਲੁੱਟਾਂ ਖੋਹ ਜੇ ਉਹਨਾਂ ਦਾ ਮੁੱਖ ਕੰਮ ਸੀ, ਇਹ ਇਸ ਗੱਲ ਨੂੰ ਬੁਰਾ ਮਨਾਉਂਦੇ ਸਨ। ਜਦੋਂ ਮਾਤਾ ਜੀ ਦਾ ਪੈਗਾਮ ਮਿਲਿਆ ਤਾਂ ਖਾਲਸਾ ਬੜਾ ਖੁਸ਼ ਹੋਇਆ, ਪਰ ਇੱਕ ਚਿੰਤਾ ਸਤਾਉਣ ਲੱਗੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਦਬਦਬਾ ਸੀ ਸਮੇਂ ਦੀ ਹਕੂਮਤ ਉੱਤੇ
ਔਰ ਉਸ ਦਬਦਬੇ ਦੇ ਕਰਕੇ ਕੋਈ ਵੀ ਸਰਕਾਰੀ ਅਹਿਲਕਾਰ ਇਹਨਾਂ ਨੂੰ ਰੋਕਦਾ ਨਹੀਂ ਸੀ। ਔਰ ਇਹ ਜਦੋਂ ਮਨ ਕਰਦਾ ਚੋਰੀ ਛਿਪੇ ਲੁੱਟਾਂ ਖੋਹਾਂ ਕਰਕੇ ਮੌਜਾਂ ਮਾਣਦੇ ਸਨ। ਇਹਨਾਂ ਨੇ ਮਾਤਾ ਜੀ ਨੂੰ ਜਵਾਬ ਦਿੱਤਾ, ਮਾਤਾ ਜੀ ਠੀਕ ਹੈ, ਅਸੀਂ ਬੰਦੇ ਤੋਂ ਤਾਂ ਪਹਿਲਾਂ ਹੀ ਛੁਟਕਾਰਾ ਪਾਉਣਾ ਚਾਹੁੰਦੇ ਸੀ, ਹੁਣ ਤੁਸੀਂ ਸਾਨੂੰ ਕਹਿ ਦਿੱਤਾ ਕਿ ਉਹਦਾ ਸਾਥ ਨਹੀਂ ਦੇਣਾ, ਚੰਗੀ ਹੈ ਗੱਲ ਹੈ, ਪਰ ਸਾਡਾ ਗੁਜ਼ਾਰਾ ਕਿੱਦਾਂ ਹੋਊ? ਅਸੀਂ ਖਾਵਾਂਗੇ ਕੀ? ਹੁਣ ਤਾਂ ਬੰਦਾ ਸਿੰਘ ਦੀ ਆੜ ਵਿੱਚ ਅਸੀਂ ਲੁੱਟਾਂ ਖੋਹਾਂ ਵੀ ਕਰ ਲੈਂਦੇ ਸਨ ਕਿ ਉਹਦੀ ਦਹਿਸ਼ਤ ਸੀ, ਲੋਕੀ ਡਰਦੇ ਸਨ। ਪਰ ਜਦੋਂ ਉਹ ਅਲੱਗ ਹੋ ਗਿਆ, ਦਹਿਸ਼ਤ ਉਹਦੀ ਚਲੇ ਜਾਣੀ ਆ, ਉਹਦਾ ਜੋ ਤਾਕਤ ਹੈ ਉਹ ਸਾਡੇ ਨਾਲ ਅਲੱਗ ਹੋ ਜਾਣੀ ਆ, ਫਿਰ ਕੀ ਖਾਵਾਂਗੇ? ਮਾਤਾ ਜੀ ਨੇ ਜੋ ਜਵਾਬ ਦਿੱਤਾ, ਕਹਿੰਦੇ ਹੁਣ ਚੜਾਵਾ ਖਾਓ, ਜਿਹੜਾ ਗੁਰਦੁਆਰਿਆਂ ਵਿੱਚ ਲੋਕੀ ਭੇਟਾ ਕਰਦੇ ਨੇ, ਹੁਣ ਉਹ ਖਾਓ। ਸੋ ਇਹ ਜਿਹੜਾ ਤੱਤ ਖਾਲਸਾ, ਇਸ ਨੂੰ ਖਾਣ ਪੀਣ ਦੀ ਹਮੇਸ਼ਾ ਥੁੜ ਰਹੀ ਹੈ, ਲੁੱਟਾਂ ਖੋਹਾਂ ਕਰਨੀਆਂ ਜਾਂ ਫਿਰ ਗੁਰਦੁਆਰਿਆਂ ਦੇ ਚੜਾਵਾ ਖਾਣਾ, ਇਹ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ। ਹੁਣ ਇਹ ਤੀਜਾ ਹੋ ਗਿਆ ਤੱਤ ਖਾਲਸਾ। ਤੱਤ ਖਾਲਸਾ ਵਿੱਚ ਵੀ ਜਿਹੜੇ ਵੀ ਲੀਡਰ ਉਸ ਵੇਲੇ ਸਨ, ਕੁਛ ਦੇ ਨਾਂ ਦਿੱਤੇ ਹੋਏ ਨੇ, ਕੁਛ ਦੇ ਨਾਂ ਲੁਪਤ ਨੇ। ਪਹਿਲਾਂ ਜਿਹੜੇ ਦਿੱਤੇ ਹੋਏ ਨਾਂ, ਅਸੀਂ ਉਹਨਾਂ ਦੀ ਗੱਲ ਕਰਾਂਗੇ ਕਿ ਉਹ ਕੌਣ ਸੀ ਜਿਹੜੇ ਕਿ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਸ਼ਹੀਦੀ ਦੇ ਲਈ ਭਾਈਵਾਲ ਬਣੇ। ਇੱਕ ਬਾਬਾ ਵਿਨੋਦ ਸਿੰਘ ਹੋਏ ਨੇ, ਜਿਹੜੇ ਕਿ ਤਰੇਣ ਜਾਤ ਵਿੱਚੋਂ ਕਹੇ ਜਾਂਦੇ ਨੇ, ਭਾਵ ਗੁਰੂ ਅੰਗਦ ਦੇਵ ਜੀ ਬਰਾਦਰੀ ਵਿੱਚੋਂ, ਪਰ ਰਹਿੰਦੇ ਸਨ ਉਹ ਗੋਇੰਦਵਾਲ ਸਾਹਿਬ। ਉਹਨਾਂ ਨੇ ਬਾਬਾ ਵਿਨੋਦ ਸਿੰਘ ਦੀ ਕਹਾਣੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਜ਼ਿਆਦਾ ਨਹੀਂ ਲਿਖੀ, ਪਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ ਕਿ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਪਿਆ ਹੋਇਆ ਸੀ, ਉਸ ਵੇਲੇ ਇਹ ਬਾਬਾ ਵਿਨੋਦ ਸਿੰਘ ਆਪਣੇ ਸਿੰਘਾਂ ਲਈ ਤੇ ਬਾਹਰੋਂ ਰਸਤ ਪਾਣੀ ਲੈ ਆਉਂਦਾ ਸੀ। ਉਹਦੇ ਵਿੱਚ ਤਾਂ ਇਹ ਲਿਖਿਆ ਕਿ ਬਹੁਤ ਬਹਾਦਰ ਸੀ, ਔਰ ਮੁਗਲ ਜਿਹੜੇ ਸਿਪਾਹੀ ਇਹਨੂੰ ਫੜਨ ਤੋਂ ਅਸਮਰਥ ਸਨ, ਇਹ ਬਾਹਰੋਂ ਆਪਣੇ ਲਈ ਰਾਸ਼ਨ ਪਾਣੀ ਲਿਆ ਕੇ ਆਪਣੇ ਸਿੰਘਾਂ ਨੂੰ ਛਕਾ ਲੈਂਦਾ ਸੀ। ਔਰ ਦੂਜੇ ਪਾਸੇ ਉੱਥੇ ਇਹ ਲਿਖਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬੰਦਿਆਂ ਨੂੰ ਭੇਜਦਾ ਸੀ ਤਾਂ ਉਹ ਫੜ ਕੇ ਰਾਹ ਦੇ ਵਿੱਚ ਮਾਰ ਦਿੰਦੇ ਸਨ। ਹੁਣ ਇੱਥੋਂ ਇੱਕ ਗੱਲ ਹੋਰ ਸ਼ੰਕਾ ਪ੍ਰਗਟ ਹੁੰਦਾ ਹੈ ਕਿ ਹੱਦ ਹੋ ਗਈ, ਬਾਬਾ ਵਿਨੋਦ ਸਿੰਘ ਤਾਂ ਬਾਹਰੋਂ ਰਾਸ਼ਨ ਪਾਣੀ ਲੈ ਆਵੇ, ਉਹ ਤਾਂ ਆ ਜਾਂਦਾ ਸੀ, ਔਰ ਬੰਦਾ ਸਿੰਘ ਬਹਾਦਰ ਦੇ ਜਦੋਂ ਬੰਦੇ ਜਾਂਦੇ ਸੀ ਉਹ ਮਾਰੇ ਜਾਂਦੇ ਸਨ। ਕਿਤੇ ਐਸਾ ਤਾਂ ਨਹੀਂ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਬਾਬਾ ਵਿਨੋਦ ਸਿੰਘ ਤੇ ਉਹਨਾਂ ਦਾ ਸਪੁੱਤਰ ਕਾਹਨ ਸਿੰਘ ਜਿਹੜੇ ਆ ਉਹ ਜੇ ਮੁਗਲਾਂ ਨਾਲ ਰਲ ਗਏ ਹੋਣ, ਔਰ ਵੈਸੇ ਹੀ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਰਹੇ ਹੋਣ, ਔਰ ਬਾਬਾ ਵਿਨੋਦ ਸਿੰਘ ਉਦੋਂ ਮੈਦਾਨ ਛੱਡ ਕੇ ਜਾਂਦਾ ਹੈ ਜਦੋਂ ਮੁਗਲਾਂ ਦਾ ਘੇਰਾ ਪਿਆ ਹੋਇਆ, ਲੜਾਈ ਲੱਗੀ ਹੋਈ ਹੈ, ਭੱਖੇ ਮੈਦਾਨ ਵਿੱਚੋਂ ਉਹ ਮੈਦਾਨ ਛੱਡ ਕੇ ਜਾਂਦਾ। ਅੰਦਾਜ਼ਾ ਲਗਾਓ, ਜਦੋਂ ਕਿਸੇ ਵਿਰੋਧੀ ਦੇਸ਼ ਨਾਲ ਲੜਾਈ ਲੱਗੀ ਹੋਵੇ, ਤੁਹਾਡੀ ਫੌਜ ਦਾ ਕਮਾਂਡਰ, ਤੁਹਾਡੀ ਫੌਜ ਦੇ ਬੰਦੇ ਕੋਈ ਉੱਥੋਂ ਭੱਜ ਜਾਣ ਤੇ ਬਾਕੀਆਂ ਉੱਤੇ ਕੀ ਅਸਰ ਪੈਂਦਾ, ਔਰ ਵਿਰੋਧੀ ਨੂੰ ਉਸ ਦਾ ਕਿੰਨਾ ਲਾਹਾ ਪ੍ਰਾਪਤ ਹੁੰਦਾ ਜਦੋਂ ਵਿਰੋਧੀ ਨੂੰ ਪਤਾ ਲੱਗਦਾ ਕਿ ਭਾਈ ਇਹ ਤਾਂ ਆਪਸ ਵਿੱਚ ਖਿੰਡ ਗਏ। ਹੁਣ ਇਹਨਾਂ ਦਾ ਸਪੁੱਤਰ ਕਾਹਨ ਸਿੰਘ, ਇਹ ਦੋ ਗ੍ਰੰਥਾਂ ਵਿੱਚ ਅਲੱਗ-ਅਲੱਗ ਲਿਖਿਆ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਤਾਂ ਇਹ ਲਿਖਿਆ ਕਿ ਕਾਹਨ ਸਿੰਘ ਪਹਿਲਾਂ ਹੀ ਬੰਦਾ ਸਿੰਘ ਬਹਾਦਰ ਤੋਂ ਅਲੱਗ ਹੋ ਕੇ 500 ਸਿੰਘਾਂ ਦਾ ਜਥਾ ਲੈ ਕੇ ਉਹ ਲਾਹੌਰ ਦੇ ਨਵਾਬ ਕੋਲ, ਗਵਰਨਰ ਕੋਲ, ਫੌਜਦਾਰ ਕੋਲ ਉਹਦੇ ਨਾਲ ਜਾ ਕੇ ਰਲ ਗਏ ਸਨ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲਾਹੌਰ 'ਤੇ ਕਬਜ਼ਾ ਕਰਨ ਦੀ ਤਿਆਰੀ ਕੀਤੀ, ਉਸ ਵੇਲੇ ਵਿਨੋਦ ਸਿੰਘ ਦਾ ਲੜਕਾ ਕਾਹਨ ਸਿੰਘ, ਇਹਨਾਂ ਦੇ ਨਾਂ ਦੇ ਨਾਲ ਬਾਬਾ ਇਸ ਲਈ ਜੋੜਦੇ ਨੇ ਕਿ ਇਹ ਗੁਰੂ ਵੰਸ਼ ਵਿੱਚੋਂ ਸਨ, ਗੁਰੂ ਅੰਗਦ ਦੇਵ ਜੀ ਦੇ ਵੰਸ਼ ਵਿੱਚੋਂ ਸਨ, ਇਸ ਲਈ ਸਿੱਖ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਨੇ। ਹਾਲਾਂਕਿ ਉਹਨਾਂ ਨੇ ਦੋਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਿੱਠ ਵਿੱਚ ਛੁਰਾ ਘੋਪਿਆ, ਛੁਰਾ ਮਾਰਿਆ। 500 ਸਿੰਘ ਲੈ ਕੇ ਇਹ, ਕਿਉਂਕਿ ਕਾਫੀ ਸਮਾਂ ਇਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜਾਈ ਕਰਦੇ ਰਹੇ। ਜਦੋਂ 2, 4, 5 ਸਾਲ ਕਿਸੇ ਨਾਲ ਇਕੱਠਿਆਂ ਕੰਮ ਕਰੋ, ਉਹਦੀਆਂ ਸਾਰੀਆਂ ਭੇਤ ਸੀਕਰਟ ਗੱਲਾਂ
ਉਹਦੀਆਂ ਪੋਲਿਸੀਜ਼, ਉਹਦੇ ਟੈਕਨੀਕ ਤੇ ਤੁਹਾਨੂੰ ਪਤਾ ਲੱਗ ਜਾਂਦੇ। ਇਹ ਬਾਬਾ ਕਾਹਨ ਸਿੰਘ ਨੇ ਉਹ ਸਾਰੇ ਭੇਤ ਜੋ ਅੱਗੇ ਜਾ ਕੇ ਦਿੱਤੇ, ਔਰ ਉਹਨਾਂ ਭੇਤਾਂ ਸਦਕਾ ਹੀ ਇਹ ਜਿਹੜਾ ਹੈ ਮੁਗਲਾਂ ਦੀ ਜਿੱਤ ਹੋਈ। ਕਾਹਨ ਸਿੰਘ ਨੇ ਤੁਰਕਾਂ ਨਾਲ ਸਾਂਝ ਪਾਈ ਅਤੇ 500 ਸਿੱਖ ਲੈ ਕੇ ਬੰਦੇ ਤੋਂ ਅਲੱਗ ਹੋ ਗਿਆ। ਫਿਰ ਜਿਹੜੀ ਲੜਾਈ ਹੋਈ ਲਾਹੌਰ ਨੂੰ ਫਤਿਹ ਕਰਨ ਲਈ, ਉਹਦੇ ਵਿੱਚ ਕਾਹਨ ਸਿੰਘ ਤੁਰਕਾਂ ਵੱਲੋਂ ਹੋ ਕੇ ਲੜਿਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਾਰ ਹੋਈ। ਭਾਵ ਜਦੋਂ ਤੁਰਕਾਂ ਨੂੰ ਪਤਾ ਲੱਗਾ ਪਹਿਲੇ ਸਟੇਜ ਦੇ ਉੱਤੇ ਕਿ ਜਿਹੜੇ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਫੁੱਟ ਪੈ ਗਈ, ਤਾਂ ਉਹਨਾਂ ਨੇ ਕਸੂਰ ਦੇ ਪਠਾਨ ਨੂੰ ਵਕੀਲ ਬਣਾ ਕੇ ਅੰਮ੍ਰਿਤਸਰ, ਜਿੱਥੇ ਇਹਨਾਂ ਤੱਤ ਖਾਲਸੇ ਵਾਲਿਆਂ ਦਾ ਡੇਰਾ ਸੀ, ਉੱਥੇ ਭੇਜਿਆ। ਬਹੁਤ ਸਾਰੇ ਪੈਸਾ ਧੇਲਾ ਲਿਆ ਕੇ ਉਹਨਾਂ ਨੂੰ ਦਿੱਤਾ ਅਤੇ ਇਹ ਕਿਹਾ ਕਿ ਬਾਬੇ ਕੇ ਅਤੇ ਬਾਬਰ ਦੇ ਦੋਨੋਂ ਇੱਕੋ ਹੀ ਨੇ। ਭਾਵ ਸਾਨੂੰ ਬਾਬਰ ਕਿਆਂ ਨੂੰ ਵੀ ਬਾਬੇ ਨੇ ਰਾਜ ਦਿੱਤਾ ਸੀ, ਅਸੀਂ ਦੋਨੋਂ ਸਿੱਖ ਹਾਂ, ਅਸੀਂ ਵੀ ਸਿੱਖ ਹਾਂ ਗੁਰੂ ਨਾਨਕ ਦੇ। ਤਾਂ ਜਦੋਂ ਸਿੰਘਾਂ ਨੂੰ ਪੈਸੇ ਦਿੱਤੇ ਨਾ ਤੱਤ ਖਾਲਸਾ ਵਾਲਿਆਂ ਨੂੰ, ਇਹ ਕਹਿੰਦੇ ਵੀ ਇਹ ਤਾਂ ਬਹੁਤ ਥੋੜ੍ਹੇ ਨੇ, ਸਾਡੇ ਖਰਚੇ ਦੇਖੋ ਕਿੰਨੇ ਨੇ, ਇੰਨੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੋਣਾ। ਅਤੇ ਉਦੋਂ ਮੁਗਲਾਂ ਵੱਲੋਂ ਜਿਹੜਾ ਵਕੀਲ ਆਇਆ ਸੀ, ਉਹ ਕਹਿੰਦੇ ਜੀ ਤੁਹਾਡਾ ਸਾਡਾ, ਜਿੱਦਾਂ ਆਮ ਪੰਜਾਬੀ ਵਿੱਚ ਕਹਿੰਦੇ ਹਾਂ ਤੁਹਾਡਾ ਸਾਡਾ ਕੁਛ ਵੰਡਿਆ ਹੋਇਆ, ਸਾਡੇ ਖਜ਼ਾਨੇ ਤੁਹਾਡੇ ਖਜ਼ਾਨੇ, ਸਾਡੇ ਪੈਸੇ ਤੁਹਾਡੇ ਪੈਸੇ, ਜੋ ਚਾਹੋ ਉਹ ਮਿਲੂਗਾ, ਅਸੀਂ ਇੱਕੋ ਹੀ ਹਾਂ, ਅਸੀਂ ਰਲ ਕੇ ਬੰਦਾ ਸਿੰਘ ਬਹਾਦਰ ਨੂੰ ਮਾਰ ਲਈਏ। ਇਹ ਜਿਹੜੀ ਖਾਲਸਾ ਪੰਥ ਦੀ ਫੁੱਟ ਸੀ, ਇਸ ਨੇ ਉਹਨਾਂ ਮੁਗਲਾਂ ਨੂੰ ਸੱਤ ਤੋਂ ਜੋ ਹੀਣੇ ਹੋ ਚੁੱਕੇ ਸਨ, ਮੁੜ ਕੇ ਉਹਨਾਂ ਨੂੰ ਜੀਵਨ ਦੇ ਦਿੱਤਾ। ਉਹਨਾਂ ਦੇ ਘਰ ਐਵੇਂ ਹੋਇਆ ਜਿਵੇਂ ਸ਼ਾਦੀ ਹੋ ਰਹੀ ਹੁੰਦੀ, ਜਿਵੇਂ ਵਿਆਹ ਹੋ ਰਿਹਾ ਹੁੰਦਾ। ਅਤੇ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ, ਕਨਫਾਈਨਡ ਕਰ ਦਿੱਤਾ ਗਿਆ। ਆਲੇ ਦੁਆਲੇ ਫੌਜਾਂ, ਬਹੁਤ ਸਾਰੇ ਨਕਲੀ ਸਿੱਖ ਉਹਨਾਂ ਦੀ ਫੌਜ ਵਿੱਚ ਭਰਤੀ ਕਰਵਾ ਦਿੱਤੇ ਗਏ। ਔਰ ਇਹ ਜਿਹੜੇ ਘਰ ਦਾ ਭੇਤੀ ਲੰਕਾ ਢਾਏ, ਇਹ ਵਿਨੋਦ ਸਿੰਘ ਵਰਗੇ ਜਿਹੜੇ ਆ, ਇਹ ਸਮੇਂ 'ਤੇ ਆ ਕੇ ਉੱਥੋਂ ਭੱਜ ਗਏ ਅਤੇ ਪੂਰਾ ਪ੍ਰਬੰਧ ਕਰਕੇ ਬਾਬਾ ਜੀ ਨੂੰ ਉੱਥੇ ਘੇਰੇ ਵਿੱਚ ਲਿਆਂਦਾ ਗਿਆ। ਅਤੇ ਇਹ ਜਿਹੜਾ ਤੱਤ ਖਾਲਸਾ, ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਰਵਾਉਣ ਵਿੱਚ, ਫੜਵਾਉਣ ਵਿੱਚ ਸਾਰਾ ਯੋਗਦਾਨ ਇਹਨਾਂ ਨੇ ਬਰਾਬਰ ਦਾ ਪਾਇਆ। ਕੌਣ ਸੀ? ਭਾਈ ਬਾਬਾ ਵਿਨੋਦ ਸਿੰਘ ਅਤੇ ਬਾਬਾ ਕਾਹਨ ਸਿੰਘ ਉਸ ਦਾ ਪੁੱਤਰ। ਅੱਗੇ ਚਲੀਏ, ਇਹ ਤਾਂ ਜਿਹੜੇ ਜ਼ਾਹਰਾ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਪੁਗਤੇ। ਇੱਕ ਵਾਰ ਫਿਰ ਗਣ ਲਈਏ, ਭਾਈ ਨੰਦ ਲਾਲ ਜੀ, ਮਾਤਾ ਸਾਹਿਬ ਦੇਵਾਂ ਜਾਂ ਮਾਤਾ ਸਾਹਿਬ ਕੌਰ ਜੀ, ਔਰ ਤੱਤ ਖਾਲਸਾ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਇਹਨਾਂ ਦਾ ਅਹਿਮ ਸਿੱਧੇ ਲਫ਼ਜ਼ਾਂ ਵਿੱਚ ਯੋਗਦਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਵਾਉਣ ਵਿੱਚ, ਮਰਵਾਉਣ ਵਿੱਚ। ਚਿੱਟੇ ਅੱਖਰਾਂ ਵਿੱਚ, ਸਿੱਧੇ ਅੱਖਰਾਂ ਵਿੱਚ ਗ੍ਰੰਥ ਵਿੱਚ ਲਿਖਿਆ ਹੋਇਆ। ਹੁਣ ਕੁਝ ਲੋਕ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਸਿੱਧੇ ਰੂਪ ਵਿੱਚ ਕਿਤੇ ਪ੍ਰਗਟ ਨਹੀਂ ਹੁੰਦੇ, ਪਰ ਉਹਲੇ ਦੇ ਵਿੱਚ ਉਹ ਆਪਣਾ ਕੰਮ ਅਜਿਹਾ ਹੀ ਕਰਦੇ ਜਿਹੋ ਜਿਹਾ ਸਿੱਧੇ ਰੂਪ ਵਿੱਚ ਕਰਦੇ। ਹੁਣ ਕੁਛ ਸ਼ਖਸੀਅਤਾਂ ਦਾ ਮੈਂ ਨਾਮ ਲਵਾਂਗਾ ਜਿਹੜੇ ਉਸ ਵੇਲੇ ਜਿਉਂਦੇ ਸਨ। ਉਹਨਾਂ ਵਿੱਚੋਂ ਮਹਾਨ ਸ਼ਖਸੀਅਤ ਹਨ ਭਾਈ ਮਨੀ ਸਿੰਘ, ਜਿਨ੍ਹਾਂ ਦਾ ਜੀਵਨ ਕਾਲ 1644 ਈਸਵੀ ਤੋਂ ਲੈ ਕੇ 1734 ਈਸਵੀ ਤੱਕ, ਕਈ ਜਗ੍ਹਾ 1738 ਲਿਖਿਆ, ਉਹਨਾਂ ਦੀ ਸ਼ਹੀਦੀ 1738 ਵਿੱਚ ਹੋਈ। ਭਾਈ ਮਨੀ ਸਿੰਘ ਉਸ ਵੇਲੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ, ਭਾਵ ਜਿੱਥੇ ਅੱਜ ਕੱਲ੍ਹ ਅਕਾਲ ਤਖਤ ਔਰ ਦਰਬਾਰ ਸਾਹਿਬ ਹੈ, ਉਸ ਦਾ ਸਾਰਾ ਪ੍ਰਬੰਧ ਭਾਈ ਮਨੀ ਸਿੰਘ ਕੋਲ ਸੀ। ਪੂਰੇ ਇਤਿਹਾਸ ਵਿੱਚ ਭਾਈ ਮਨੀ ਸਿੰਘ ਦਾ ਕਿਤੇ ਜ਼ਿਕਰ ਨਹੀਂ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ, ਘੇਰਿਆ ਗਿਆ, ਫੜਿਆ ਗਿਆ, ਸ਼ਹੀਦ ਕੀਤਾ ਗਿਆ, ਉਹਦੇ ਵਿੱਚ ਭਾਈ ਮਨੀ ਸਿੰਘ ਜੀ ਨੇ
कोई रोल निभाया होवे, वो चुप ने। इवें ही बाबा दीप सिंह जी जिन्हां दा जीवन काल है सन 1782 तो लैके सन 1682 तो लैके सन 1757 ईस्वी तक। उस वेले जदों बाबा जी की शहीदी हुई तो बाबा दीप सिंह जी भर जवानी विच सन, कोई 34 साल की उम्र सी। पर पूरे इतिहासक प्रसंग विच बाबा दीप सिंह का किते कोई जिक्र नहीं। इहो जिहा सिरलथ योधा बहादुर जिहदे ते किस्से बने ने कि वो तली ते सीस रख के उन्होंने शहादत दिती, पर जदों कौम का हीरो, कौम का जरनैल कई लंबे समय लिए गुरदास नंगल की गढ़ी विच कई महीनों तक घेरे विच रहा, उसनूं फड़ के गुरदास नंगल की गढ़ी चों फड़ के लाहौर लिजांदा गया, फिर गड्डियां ते लद के ये सारे ਸਿੰਘਾਂ नूं दिल्ली लिजांदा गया। हवाई जहाज़ द्वारा नहीं गए सन, ये बाई रोड गए सन, सड़की रास्ते तक मार्ग राही गए सन, कई दिन लगे रास्ते विच। पर यह सारे महान जिहड़े साडे सिख धर्म के विद्वान योधे लीडर इसे धरती ते जिउंदे सन पर चुप सन। एक होर बहुत वड्डी महान शख्सियत है, वो इतनी वड्डी महान शख्सियत है उसनूं कदी कदी प्रगट किया जाता है। पर जिहड़ा वीरां ने सूरज प्रकाश ग्रंथ पढ़िया होगा, सरदार कवि संतोख सिंह का लिखा होया, वो उस शख्सियत तो वाकफ हैं। वो शख्सियत है भाई राम कोयर जी। ये बाबा बुढ़ा जी के वंश विचों होए हैं। इन्हां दा जन्म सन 1672 ईस्वी का और इन्हां दी जो मौत है वो 1761 ईस्वी की। 99 साल की उम्र तक ये इस संसार ते रहे। उन्हां दी महानता की गल मैं क्यों करन लगा, ये भाई साहब इन्हां दे आधार उत्ते ही सूरज प्रकाश दे 9 भाग गुरु अंगद देव जी तो लैके बाबा बंदा सिंह जी बहादुर तक दा सारा इतिहास कवि संतोख सिंह दे लिखे अनुसार भाई राम कोयर दी ज़बानी लिखिया गया है। एडे महान सिख ये उदों ये भी जिउंदे सन, भाई मनी सिंह भी जिउंदे सन, बाबा दीप सिंह भी जिउंदे सन, ते बाबा बंदा सिंह जी बहादुर नूं गुरदास नंगल की गढ़ी तो फड़ के लाहौर रास्ते पहला लाहौर ले आया गया, फिर दिल्ली ले आया गया। पर किसी ने अपने मुख तो एक शब्द नहीं उचारिया। हुण इत्थे तुसीं कहोगे इन्हां दा जिक्र क्यों करदे हो, ये तो मुगलों नाल रले होए नहीं सी। तुहानूं छोटी जी एक उदाहरण दिना। मान लो तुसीं 2 भरा बजुर्ग गुजर गए, जमीन जायदाद बंटवारा होना सी, वो वंड वड़ाई विच थोड़ा जिहा मन मुटाव हो गया, अलग अलग घर पा लए, अलग अलग रहन लग गए। ठीक है, हर घर विच हुंदा है थोड़ा बहुत जिथे 2 भांडे खड़कते ने। पर एक दिन की होया, एक भरा दे उत्ते बाहरों आके बंदियां ने हमला कर दिता। दूजा भरा घर बैठा है, उन्होंने पता लगा उत्ते हमला होया, पर यह भरा चुप करके अपना दरवाजा बंद करके बैठा। दूजे भरा नूं खूब मारिया कुटिया, खूब ओदा खून बहाया। एक भरा ने दरवाजा नहीं खोलिया, घरों बाहर नहीं आया। आखिर उस लड़ाई पढ़ाई विच वो भरा मर जाता, जिहदे उत्ते हमला होया सी वो भरा मर जाता। फिर अफसोस करना आउंदे, फिर उस वेले जदों अफसोस करन आउंदे आ उदों यह भरा भी आ जाता। जदों सारे पुछदे ने की होया, की गल होई,
कहता जी बस कुछ नहीं, बाहरों लोग आए, आके हमला किया, मार गए। कहते हद हो गई। तो तुसी, कहता जी मैं किसी का साथ नहीं दिता, मैं ना ਇਹਦਾ साथ दिता, ना मैं मारन वालियां का साथ दिता, मैं तो न्यूट्रल सी, साझा सी। वाह, की समझोगे जदों कोई जोरावर आके माड़े नूं मारे और तुसी चुप रहो, तुसी कहो तुसी न्यूट्रल सी। उस वेले न्यूट्रल नहीं होंदे, साझे नहीं होंदे। जिन्ने बंदे चुप रहिंदे ने वो समझ लो तकड़े नाल खड़े ने, वो मारन वाले नाल खड़े ने। जे साडे ये पंथ दे महान विद्वान जदों बाबा बंदा सिंह बहादुर नूं घेरिया गया, फड़िया गया, ले जाया गया, शहीद किया गया, जे ये सारे चुप रहे तो उन्हां नूं न्यूट्रल नहीं मन्निया जावेगा, उन्हां नूं निरपक्ष नहीं मन्निया जावेगा। सीधा उन्हां दी वोट पैनी है कि ये दुश्मन दे हक विच खड़े सन। यह किसी नूं लगे चंगा, किसी नूं लगे माड़ा। पर एक गल मैं होर कर देवां, कुछ वीर इस गल तो बड़ा खफा होणगे भी जां तां एक पासे खड़े हो जाओ, जां तां कह दिओ बाकी सारे चंगे सी, बाबा बंदा सिंह बहादुर गलत सी। फिर उहदे सोले ना गाओ, फिर उहदे शहीदी दिन ते उहदे जन्म दिन ते भी फिर 12 ना गाओ, फिर रहण दिओ, उहनूं अलग रहण दिओ। असीं उधरों भी नोट कमाउणे ने, उधरों भी कमाउणे ने, दोगले जे बन के चलना। जां तां मन लो बाबा बंदा सिंह बहादुर सिर लथ योधा सी, महान सी, वो पहला साडा नायक सी जिन आज़ादी दे बीज बोए गुरु साहिबान तो बाद विच उहदा मुढ़ बन्निया आज़ादी दे राज दा। जां इंज मन लो तो बाकियां नूं गलत कहना पैना, तो जे इंज नहीं मनना तो फिर उहदे सोले ना, दोगले जे ना बनो, सीधी गल करो। मैनू जो समझ आउंदा है कि गुरु गोबिंद सिंह जी ने बिना कुछ सोचे समझे अजिहा नहीं कीता सी। उन्हां दे लाइफ दा, जिंदगी दा तजर्बा सी। उन्हां नूं जरूर किसी ना किसी ने धोखा दिता, किसी ना किसी ने दगा कमाया, जिहदे करके साडे सतगुरां नूं आनंदपुर साहब दा किला खाली करना पिया। फिर वो समझ गए भी इन्हां तिलां 'च हुण तेल है नहीं, क्योंकि इन्हां विच हो सकदा 1 2 4 5 ही रले होण, पर क्योंकि सांझ इन्हां सारियां दी आ, किसी कोल कोई गल कीती उसने दोस्त समझ के दूजे को कर देनी, वो गल समय दी हुकूमत को पहुँच जानी, साडा कीता कतरिया सारा खूह विच पै जाना। इसे करके उन्होंने एक नवें बंदे नूं यह जिहड़ा सारी खालसा पंथ दी कमांड संभाली सी। महान सिरलथ योधे बाबा बंदा सिंह बहादुर ने गुरु दे कहे बचनां ते पूरने पाए और सिख धर्म की आज़ादी का मुढ़ बन्निया, भावें उहदे बदले उन्होंने अपने आप का, अपने पुत्र अजय सिंह का जो है अपने आप में दोनों नूं कुर्बान करना पिया। उसने प्रवान कर लिया, सच दे मार्ग ते अडोल अडिग और लासानी शहीद बाबा बंदा सिंह जी बहादुर होए। बाकी जिन्हां ने कलंक खटिया अज नहीं तो कल, कल नहीं तो परसों सारा सच ज़ाहिर हो जाना है। सारा जिहड़े पाज उगड़ जाने ने, हौली हौली उगड़ रहे ने। ते जेकर ये ग्रंथ प्राचीन पंथ प्रकाश नूं सिख धर्म का सोमा मानते हो तो जो मैं कह रहा फिर यही गल्लां सच्चियां ने, जां फिर इस ग्रंथ नूं नकार दिओ, असीं गल करनी बंद कर देवांगे। अज दी विचार इन्नी की है, मेरी नज़रे वो साडा हीरो सी बाबा बंदा सिंह बहादुर। इन्हां लफ्ज़ां नाल मैं खिमा दा जाचक हां, बोलदिआं कोई वध घट बोलिया होवे तो माफ़ करना। इक्को ही बेनती फिर बार बार, जेकर ये खोज ये छाणबीण चंगी लगती है तो भाई मेरे चैनल सच दी खोज विद बलदेव सिंह MA नूं सबसक्राइब करो और वीडियो नूं साझा करो, लाइक करो। आओ फतेह बुलाइए। वाहिगुरू जी का खालसा, वाहिगुरू जी की फतेह।